ਇੱਥੇ ਕੀ ਲੈ ਕੇ ਆਇਆ? ਤੇਰੀ ਔਕਾਤ ਇਕਨੋਮੀ ਵਾਲੀ ਆ। ਚੱਲ ਪਿੱਛੇ। ਹਾਂ ਇਹ ਬਿਜ਼ਨਸ ਕਲਾਸ ਆ, ਇੱਥੇ ਤੇਰੇ ਵਰਗਿਆਂ ਦਾ ਕੰਮ ਨਹੀਂ। ਮੇਰੀ ਸੀਟ ਤੋਂ ਦੂਰ ਹੋ ਜਾ। ਮੈਨੂੰ ਲੱਗਦਾ ਤੁਸੀਂ ਗਲਤ ਹੋ। ਇਹ ਸ਼ਬਦ ਕਹਿ ਕੇ ਇੱਕ ਗੋਰੀ ਨੇ ਜਿਸ ਸਰਦਾਰ ਨੂੰ ਜਹਾਜ਼ 'ਚੋਂ ਕੱਢਣ ਦੀ ਜ਼ਿੱਦ ਕੀਤੀ ਸੀ, ਅਗਲੇ ਹੀ ਪਲ ਉਸੇ ਸਰਦਾਰ ਦੇ ਪੈਰਾਂ 'ਚ ਡਿੱਗ ਕੇ ਭੀਖ ਮੰਗ ਰਹੀ ਸੀ। ਆਖਿਰ 35,000 ਫੁੱਟ ਦੀ ਉਚਾਈ ਤੇ ਅਜਿਹਾ ਕੀ ਹੋਇਆ ਕਿ ਨਫ਼ਰਤ ਕਰਨ ਵਾਲੀ ਗੋਰੀ ਨੂੰ ਅਚਾਨਕ ਵਾਹਿਗੁਰੂ ਚੇਤੇ ਆ ਗਿਆ? ਇਹ ਵੀਡੀਓ ਵੇਖ ਕੇ ਤੁਹਾਡੀ ਛਾਤੀ ਮਾਣ ਨਾਲ ਚੌੜੀ ਹੋ ਜਾਵੇਗੀ। ਸਤਿ ਸ਼੍ਰੀ ਅਕਾਲ ਦੋਸਤੋ। ਅਕਸਰ ਕਿਹਾ ਜਾਂਦਾ ਹੈ ਕਿ ਕਦੇ ਵੀ ਕਿਤਾਬ ਨੂੰ ਉਸ ਦੀ ਜਿਲਦ ਤੋਂ ਨਹੀਂ ਪਰਖਣਾ ਚਾਹੀਦਾ, ਪਰ ਅੱਜ ਵੀ ਸਾਡੇ ਸਮਾਜ ਵਿੱਚ, ਖਾਸ ਕਰਕੇ ਵਿਦੇਸ਼ਾਂ ਵਿੱਚ, ਕਈ ਵਾਰ ਸਾਡੀ ਦਿੱਖ, ਸਾਡੀ ਦਸਤਾਰ ਅਤੇ ਸਾਡਾ ਰੰਗ ਵੇਖ ਕੇ ਲੋਕ ਸਾਡੀ ਔਕਾਤ ਦਾ ਅੰਦਾਜ਼ਾ ਲਗਾ ਲੈਂਦੇ ਹਨ। ਅੱਜ ਦੀ ਕਹਾਣੀ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਸ਼ੁਰੂ ਹੁੰਦੀ ਹੈ। ਇਹ ਦੁਪਹਿਰ ਦੀ ਫਲਾਈਟ ਸੀ ਜੋ ਟੋਰਾਂਟੋ ਤੋਂ ਨਿਊਯਾਰਕ ਜਾ ਰਹੀ ਸੀ। ਜਹਾਜ਼ ਵਿੱਚ ਸਵਾਰ ਹੋਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ। ਸਭ ਤੋਂ ਪਹਿਲਾਂ ਬਿਜ਼ਨਸ ਕਲਾਸ ਦੇ ਮੁਸਾਫਰਾਂ ਨੂੰ ਚੜ੍ਹਨ ਦਾ ਸੱਦਾ ਦਿੱਤਾ ਗਿਆ। ਉਸ ਲਾਈਨ ਵਿੱਚ ਇੱਕ ਨੌਜਵਾਨ ਸਰਦਾਰ ਡਾਕਟਰ ਅੰਗਦ ਸਿੰਘ ਖੜਾ ਸੀ। ਅੰਗਦ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਸੀ। ਸਿਰ ਤੇ ਨੀਲੀ ਗੋਲ ਦਸਤਾਰ, ਖੁੱਲਾ ਪ੍ਰਕਾਸ਼ਾ ਦਾੜਾ, ਗਲ ਵਿੱਚ ਗਾਤਰਾ ਅਤੇ ਸਰੀਰ ਤੇ ਇੱਕ ਸਾਧਾਰਨ ਜਿਹਾ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਭਾਵੇਂ ਉਹ ਦੁਨੀਆ ਦੇ ਮੰਨੇ-ਪਰਮੰਨੇ ਦਿਲ ਦੇ ਡਾਕਟਰਾਂ ਵਿੱਚੋਂ ਇੱਕ ਸੀ, ਪਰ ਉਸ ਦਾ ਪਹਿਰਾਵਾ ਬਿਲਕੁਲ ਸਾਦਾ ਅਤੇ ਰਵਾਇਤੀ ਸੀ। ਜਿਵੇਂ ਹੀ ਅੰਗਦ ਜਹਾਜ਼ ਦੇ ਅੰਦਰ ਦਾਖਲ ਹੋਇਆ ਅਤੇ ਬਿਜ਼ਨਸ ਕਲਾਸ ਦੀ ਸੀਟ ਨੰਬਰ 1A ਤੇ ਜਾ ਕੇ ਬੈਠਾ, ਉੱਥੇ ਪਹਿਲਾਂ ਤੋਂ ਮੌਜੂਦ ਕੁਝ ਗੋਰੇ ਯਾਤਰੀਆਂ ਦੀਆਂ ਨਜ਼ਰਾਂ ਉਸ ਤੇ ਟਿਕ ਗਈਆਂ। ਉਹਨਾਂ ਨਜ਼ਰਾਂ ਵਿੱਚ ਸਤਿਕਾਰ ਨਹੀਂ, ਸਗੋਂ ਹੈਰਾਨੀ ਅਤੇ ਥੋੜੀ ਨਫ਼ਰਤ ਸੀ। ਬਾਹਰ ਖਿੜੀ ਧੁੱਪ ਕਰਕੇ ਕੈਬਿਨ ਪੂਰਾ ਰੋਸ਼ਨ ਸੀ, ਜਿਸ ਕਰਕੇ ਅੰਗਦ ਦੇ ਚਿਹਰੇ ਦਾ ਨੂਰ ਵੱਖਰਾ ਹੀ ਚਮਕ ਰਿਹਾ ਸੀ। ਪਰ ਸ਼ਾਇਦ ਕੁਝ ਲੋਕਾਂ ਦੀਆਂ ਅੱਖਾਂ ਤੇ ਹੰਕਾਰ ਦੀ ਪੱਟੀ ਵੱਜੀ ਹੋਈ ਸੀ। ਕੁਝ ਹੀ ਪਲਾਂ ਬਾਅਦ ਇੱਕ ਬਜ਼ੁਰਗ ਗੋਰੀ ਔਰਤ, ਜਿਸ ਦਾ ਨਾਮ ਮਾਰਥਾ ਸੀ, ਆਪਣੀ 28-30 ਸਾਲ ਦੀ ਧੀ ਐਮਿਲੀ ਨਾਲ ਜਹਾਜ਼ ਵਿੱਚ ਦਾਖਲ ਹੋਈ। ਮਾਰਥਾ ਨੇ ਮਹਿੰਗੇ ਬ੍ਰਾਂਡਡ ਕੱਪੜੇ ਪਾਏ ਹੋਏ ਸਨ ਅਤੇ ਹੱਥ ਵਿੱਚ ਲੱਖਾਂ ਦਾ ਬੈਗ ਸੀ। ਜਿਵੇਂ ਹੀ ਉਹ ਆਪਣੀ ਸੀਟ, ਜੋ ਅੰਗਦ ਦੇ ਬਿਲਕੁਲ ਨਾਲ ਸੀ, ਵੱਲ ਵਧੀ, ਉਸ ਦੀ ਨਜ਼ਰ ਅੰਗਦ ਤੇ ਪਈ। ਉਹ ਉੱਥੇ ਹੀ ਰੁਕ ਗਈ। ਉਸ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ। ਉਸਨੇ ਅੰਗਦ ਨੂੰ ਉੱਪਰ ਤੋਂ ਲੈ ਕੇ ਹੇਠਾਂ ਤੱਕ ਵੇਖਿਆ। ਉਸ ਦੇ ਸਾਦੇ ਕੱਪੜੇ, ਉਸ ਦੀ ਕਿਰਪਾਨ ਅਤੇ ਉਸ ਦੀ ਦਸਤਾਰ। ਮਾਰਥਾ ਨੇ ਬਿਨਾਂ ਕਿਸੇ ਲਿਹਾਜ਼ ਤੋਂ ਉੱਚੀ ਆਵਾਜ਼ ਵਿੱਚ ਕਿਹਾ, "ਐਕਸਕਿਊਜ਼ ਮੀ, ਆਈ ਥਿੰਕ ਯੂ ਆਰ ਲੌਸਟ। ਮੈਨੂੰ ਲੱਗਦਾ ਹੈ ਤੂੰ ਗਵਾਚ ਗਿਆ ਹੈ।" ਅੰਗਦ ਨੇ ਬੜੇ ਪਿਆਰ ਨਾਲ ਮੁਸਕਰਾ ਕੇ ਜਵਾਬ ਦਿੱਤਾ, "ਜੀ ਨਹੀਂ ਮੈਡਮ, ਮੇਰੀ ਸੀਟ ਇਹੀ ਹੈ, 1A।" ਇਹ ਸੁਣ ਕੇ ਮਾਰਥਾ ਦਾ ਪਾਰਾ ਚੜ ਗਿਆ। ਉਸਨੇ ਆਪਣੀ ਧੀ ਐਮਿਲੀ ਵੱਲ ਵੇਖਿਆ ਅਤੇ ਫਿਰ ਅੰਗਦ ਵੱਲ ਉਂਗਲ ਕਰਕੇ ਬੋਲੀ, "ਇਹ ਬਿਜ਼ਨਸ ਕਲਾਸ ਹੈ, ਇਕਨੋਮੀ ਕਲਾਸ ਪਿੱਛੇ ਹੈ। ਤੇਰੇ ਵਰਗੇ ਬੰਦੇ ਇੱਥੇ ਕਿਵੇਂ ਬੈਠ ਸਕਦੇ ਨੇ? ਇਹ ਟਿਕਟ ਹਜ਼ਾਰਾਂ ਡਾਲਰਾਂ ਦੀ ਹੈ, ਤੂੰ ਇਹ ਖਰੀਦ ਵੀ ਨਹੀਂ ਸਕਦਾ।" ਪੂਰੇ ਕੈਬਿਨ ਵਿੱਚ ਸੰਨਾਟਾ ਛਾ ਗਿਆ। ਅੰਗਦ ਅਜੇ ਵੀ ਸ਼ਾਂਤ ਸੀ, ਪਰ ਮਾਰਥਾ ਦਾ ਗੁੱਸਾ ਵੱਧ ਰਿਹਾ ਸੀ। ਉਸਨੇ ਅੰਗਦ ਦੇ ਗਾਤਰੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, "ਤੇਰੇ ਕੋਲ ਹਥਿਆਰ ਵੀ ਹੈ? ਹੇ ਰੱਬਾ, ਮੈਂ ਇਸ ਆਦਮੀ ਦੇ ਨਾਲ ਸਫ਼ਰ ਨਹੀਂ ਕਰ ਸਕਦੀ। ਮੈਨੂੰ ਡਰ ਲੱਗ ਰਿਹਾ ਹੈ। ਇਹ ਸੁਰੱਖਿਅਤ ਨਹੀਂ ਹੈ।" ਮਾਰਥਾ ਨੇ ਗੁੱਸੇ ਵਿੱਚ ਓਵਰਹੈਡ ਬਟਨ ਦਬਾ ਕੇ ਫਲਾਈਟ ਅਟੈਂਡੈਂਟ ਨੂੰ ਬੁਲਾ ਲਿਆ। ਜਦੋਂ 에ਅਰ ਹੋਸਟੈਸ ਭੱਜਦੀ ਹੋਈ ਆਈ ਤਾਂ ਮਾਰਥਾ ਨੇ ਜੋ ਕਿਹਾ, ਉਸਨੇ ਮਾਹੌਲ ਨੂੰ ਬਾਰੂਦ ਵਾਂਗ ਗਰਮਾ ਦਿੱਤਾ। ਮਾਰਥਾ ਚੀਕੀ, "ਗੈਟ ਹਿਮ ਆਊਟ ਰਾਈਟ ਨਾਓ। ਜਾਂ ਤਾਂ ਇਹ ਸੀਟ ਤੋਂ ਉੱਠ ਕੇ ਪਿੱਛੇ ਜਾਵੇਗਾ ਜਾਂ ਫਿਰ ਮੈਂ ਇਹ ਫਲਾਈਟ ਨਹੀਂ ਲਵਾਂਗੀ। ਮੈਂ ਆਪਣੀ ਅਤੇ ਆਪਣੀ ਧੀ ਦੀ ਜਾਨ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੀ।" ਕੀ 에ਅਰਲਾਈਨ ਦਾ ਸਟਾਫ ਉਸ ਹੰਕਾਰੀ ਔਰਤ ਦੀ ਗੱਲ ਮੰਨ ਕੇ ਡਾਕਟਰ ਅੰਗਦ ਨੂੰ ਸੀਟ ਤੋਂ ਉਠਾ ਦੇਵੇਗਾ ਜਾਂ ਫਿਰ ਅੰਗਦ ਆਪਣੇ ਹੱਕ ਲਈ ਖੜਾ ਹੋਵੇਗਾ? ਸਥਿਤੀ ਬਹੁਤ ਤਣਾਅਪੂਰਨ ਹੋ ਚੁੱਕੀ ਸੀ। ਜਹਾਜ਼ ਦੇ ਅੰਦਰ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਾ ਸੀ। ਬਾਹਰ ਖਿੜੀ ਹੋਈ ਧੁੱਪ ਖਿੜਕੀਆਂ ਰਾਹੀਂ ਅੰਦਰ ਆ ਰਹੀ ਸੀ ਅਤੇ ਉਸ ਰੋਸ਼ਨੀ ਵਿੱਚ ਮਾਰਥਾ ਦਾ ਗੁੱਸੇ ਨਾਲ ਲਾਲ ਹੋਇਆ ਚਿਹਰਾ ਸਾਫ਼ ਦਿਖ ਰਿਹਾ ਸੀ। 에ਅਰ ਹੋਸਟੈਸ, ਜਿਸ ਦਾ ਨਾਮ ਸਾਰਾ ਸੀ, ਭੱਜ ਕੇ ਉੱਥੇ ਪਹੁੰਚੀ। ਉਸਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। "ਮੈਮ, ਪਲੀਜ਼ ਸ਼ਾਂਤ ਹੋ ਜਾਓ। ਕੀ ਸਮੱਸਿਆ ਹੈ?" ਮਾਰਥਾ ਨੇ ਅੰਗਦ ਵੱਲ ਨਫ਼ਰਤ ਭਰੀ ਨਿਗਾਹ ਨਾਲ ਵੇਖਦਿਆਂ ਕਿਹਾ, "ਇਹ ਸਮੱਸਿਆ ਇਹ ਆਦਮੀ ਹੈ। ਇਹ ਮੇਰੇ ਨਾਲ ਬੈਠਣ ਦੇ ਲਾਇਕ ਨਹੀਂ ਹੈ। ਜ਼ਰੂਰ ਇਹ ਕੋਈ ਟੈਕਸੀ ਡਰਾਈਵਰ ਜਾਂ ਮਜ਼ਦੂਰ ਹੋਵੇਗਾ ਜੋ ਗਲਤੀ ਨਾਲ ਇੱਥੇ ਆ ਗਿਆ ਹੈ। ਇਸ ਦੇ ਕੱਪੜੇ ਵੇਖੋ। ਮੈਂ ਪੈਸੇ ਖਰਚੇ ਨੇ ਆਰਾਮ ਨਾਲ ਸਫ਼ਰ ਕਰਨ ਲਈ, ਨਾ ਕਿ ਕਿਸੇ ਅਜਿਹੇ ਬੰਦੇ ਨਾਲ ਬੈਠਣ ਲਈ ਜਿਸ ਤੋਂ ਮੈਨੂੰ ਖਤਰਾ ਮਹਿਸੂਸ ਹੋਵੇ।" ਇੰਨੀ ਬੇਇੱਜ਼ਤੀ ਦੇ ਬਾਵਜੂਦ ਡਾਕਟਰ ਅੰਗਦ ਆਪਣੀ ਸੀਟ ਤੇ ਅਡੋਲ ਬੈਠਾ ਰਿਹਾ। ਉਸ ਦੇ ਅੰਦਰ ਦਾ ਗੁਰਸਿੱਖ ਜਾਗ ਰਿਹਾ ਸੀ। ਗੁਰੂ ਸਾਹਿਬ ਨੇ ਸਿਖਾਇਆ ਸੀ ਕਿ ਮਨ ਨੀਵਾਂ, ਮਤ ਉੱਚੀ। ਉਸਨੇ ਗੁੱਸੇ ਵਿੱਚ ਆਉਣ ਦੀ ਬਜਾਏ ਬੜੀ ਨਿਮਰਤਾ ਨਾਲ ਆਪਣੀ ਜੇਬ ਵਿੱਚੋਂ ਬੋਰਡਿੰਗ ਪਾਸ ਕੱਢਿਆ ਅਤੇ 에ਅਰ ਹੋਸਟੈਸ ਨੂੰ ਫੜਾ ਦਿੱਤਾ। ਉਸਨੇ ਸਾਫ਼ ਅਤੇ ਠਰੰਮੇ ਵਾਲੀ ਅੰਗਰੇਜ਼ੀ ਵਿੱਚ ਕਿਹਾ, "ਮੈਮ, ਹੇਅਰ ਇਜ਼ ਮਾਈ ਬੋਰਡਿੰਗ ਪਾਸ, ਸੀਟ 1A। ਆਈ ਬਿਲੀਵ ਆਈ ਐਮ ਇਨ ਦ ਰਾਈਟ ਪਲੇਸ।" 에ਅਰ ਹੋਸਟੈਸ ਨੇ ਪਾਸ ਚੈੱਕ ਕੀਤਾ ਅਤੇ ਫਿਰ ਮਾਰਥਾ ਵੱਲ ਮੁੜੀ। ਉਸਨੇ ਬੜੇ ਅਦਬ ਨਾਲ ਪਰ ਸਖਤੀ ਨਾਲ ਕਿਹਾ, "ਮੈਮ, ਇਹਨਾਂ ਦਾ ਬੋਰਡਿੰਗ ਪਾਸ ਬਿਲਕੁਲ ਸਹੀ ਹੈ। ਸਗੋਂ ਇਹ ਸਾਡੇ ਪਲੈਟੀਨਮ ਮੈਂਬਰ ਹਨ। ਇਹ ਆਪਣੀ ਸੀਟ ਤੇ ਹੀ ਬੈਠਣਗੇ। ਜੇ ਤੁਹਾਨੂੰ ਦਿੱਕਤ ਹੈ ਤਾਂ ਅਸੀਂ ਤੁਹਾਨੂੰ ਪਿੱਛੇ ਇਕਨੋਮੀ ਕਲਾਸ ਵਿੱਚ ਸ਼ਿਫਟ ਕਰ ਸਕਦੇ ਹਾਂ, ਕਿਉਂਕਿ ਬਿਜ਼ਨਸ ਕਲਾਸ ਫੁੱਲ ਹੈ।" ਇਕਨੋਮੀ? ਮੈਂ? ਮਾਰਥਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਪਣੀ ਬੇਇੱਜ਼ਤੀ ਹੁੰਦੀ ਵੇਖ ਉਹ ਚੁੱਪ ਤਾਂ ਕਰ ਗਈ, ਪਰ ਅੰਦਰੋਂ ਅੰਦਰੀ ਸੜ ਰਹੀ ਸੀ। ਉਸਨੇ ਆਪਣੀ ਧੀ ਐਮਿਲੀ, ਜੋ ਕਿ ਕਾਫੀ ਕਮਜ਼ੋਰ ਅਤੇ ਬਿਮਾਰ ਲੱਗ ਰਹੀ ਸੀ, ਨੂੰ ਕਿਹਾ, "ਐਮਿਲੀ, ਤੂੰ ਮੇਰੀ ਸੀਟ ਤੇ ਬੈਠ ਜਾ। ਮੈਂ ਇਸ ਆਦਮੀ ਦੇ ਨਾਲ ਨਹੀਂ ਬੈਠਣਾ ਚਾਹੁੰਦੀ।"
ਮਾਰਥਾ ਨੇ ਆਪਣੀ ਧੀ ਨੂੰ ਅੰਗਦ ਦੇ ਨਾਲ ਵਾਲੀ ਸੀਟ ਤੇ ਬਿਠਾ ਦਿੱਤਾ ਅਤੇ ਆਪ ਖਿੜਕੀ ਵਾਲੀ ਸੀਟ ਤੇ ਬੈਠ ਗਈ ਤਾਂ ਜੋ ਉਸ ਨੂੰ ਅੰਗਦ ਦਾ ਚਿਹਰਾ ਨਾ ਵੇਖਣਾ ਪਵੇ। ਜਹਾਜ਼ ਨੇ ਉਡਾਨ ਭਰੀ। ਆਸਮਾਨ ਸਾਫ਼ ਸੀ ਅਤੇ ਹੇਠਾਂ ਬੱਦਲਾਂ ਦਾ ਸਮੁੰਦਰ ਚਮਕ ਰਿਹਾ ਸੀ, ਪਰ ਜਹਾਜ਼ ਦੇ ਅੰਦਰ ਤਣਾਅ ਅਜੇ ਵੀ ਬਰਕਰਾਰ ਸੀ। ਐਮਿਲੀ ਜੋ 28 ਕੁ ਸਾਲਾਂ ਦੀ ਸੀ, ਵੇਖਣ ਨੂੰ ਕਾਫੀ ਥੱਕੀ ਹੋਈ ਲੱਗ ਰਹੀ ਸੀ। ਉਸ ਦਾ ਰੰਗ ਪੀਲਾ ਸੀ ਅਤੇ ਉਹ ਵਾਰ-ਵਾਰ ਡੂੰਘੇ ਸਾਹ ਲੈ ਰਹੀ ਸੀ। ਅੰਗਦ ਨੇ ਇੱਕ ਡਾਕਟਰ ਹੋਣ ਦੇ ਨਾਤੇ ਮਹਿਸੂਸ ਕੀਤਾ ਕਿ ਕੁੜੀ ਦੀ ਸਿਹਤ ਠੀਕ ਨਹੀਂ ਹੈ, ਪਰ ਮਾਰਥਾ ਦੇ ਵਤੀਰੇ ਕਰਕੇ ਉਹ ਚੁੱਪ ਰਿਹਾ। ਕੁਝ ਦੇਰ ਬਾਅਦ ਲੰਚ ਦਾ ਸਮਾਂ ਹੋਇਆ। 에ਅਰ ਹੋਸਟਸ ਟਰਾਲੀ ਲੈ ਕੇ ਆਈ। ਮਾਰਥਾ ਨੇ ਬੜੇ ਰੌਬ ਨਾਲ ਕਿਹਾ, ਮੇਰੀ ਧੀ ਲਈ ਜੋ ਸਪੈਸ਼ਲ ਮੀਲ ਆਰਡਰ ਕੀਤਾ ਸੀ ਉਹ ਕਿੱਥੇ ਹੈ? ਉਸ ਨੂੰ ਨਟਸ ਯਾਨੀ ਮੂੰਗਫਲੀ ਜਾਂ ਕਾਜੂ ਤੋਂ ਸਖਤ ਐਲਰਜੀ ਹੈ, ਧਿਆਨ ਰੱਖਿਓ। 에ਅਰ ਹੋਸਟਸ ਨੇ ਟਰੇ ਫੜਾਉਂਦਿਆਂ ਕਿਹਾ, ਜੀ ਮੈਮ, ਇਹ ਸਪੈਸ਼ਲ ਮੀਲ ਹੀ ਹੈ। ਐਮਿਲੀ ਨੇ ਖਾਣਾ ਸ਼ੁਰੂ ਕੀਤਾ। ਅਜੇ ਉਸਨੇ 2-3 ਚਮਚ ਹੀ ਖਾਦੇ ਸਨ ਕਿ ਅਚਾਨਕ ਉਸਦੇ ਹੱਥੋਂ ਚਮਚ ਛੁੱਟ ਗਿਆ। ਉਸ ਦਾ ਚਿਹਰਾ ਲਾਲ ਹੋਣ ਲੱਗਾ। ਉਹ ਆਪਣੇ ਗਲੇ ਨੂੰ ਫੜ ਕੇ ਜ਼ੋਰ-ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕਰਨ ਲੱਗੀ। ਉਸ ਦੀਆਂ ਅੱਖਾਂ ਬਾਹਰ ਨੂੰ ਆ ਰਹੀਆਂ ਸਨ। ਮਾਰਥਾ ਨੇ ਜਦੋਂ ਧੀ ਨੂੰ ਤੜਫਦੇ ਵੇਖਿਆ ਤਾਂ ਚੀਕ ਮਾਰੀ, ਐਮਿਲੀ, ਵਾਟ ਹੈਪਨਡ? ਐਮਿਲੀ, ਸਾਹ ਲੈ। ਪਰ ਐਮਿਲੀ ਦੀ ਆਵਾਜ਼ ਬੰਦ ਹੋ ਚੁੱਕੀ ਸੀ। ਉਸ ਦਾ ਗਲਾ ਬੰਦ ਹੋ ਰਿਹਾ ਸੀ। ਉਹ ਸੀਟ ਤੇ ਤੜਫ ਰਹੀ ਸੀ। ਚਾਰੇ ਪਾਸੇ ਹਫੜਾ ਦਫੜੀ ਮਚ ਗਈ। ਕੀ ਉਸ ਹੰਕਾਰੀ ਔਰਤ ਦੀ ਧੀ ਹਵਾ ਵਿੱਚ ਹੀ ਦਮ ਤੋੜ ਦੇਵੇਗੀ ਜਾਂ ਜਿਸ ਬੰਦੇ ਨੂੰ ਉਹ ਨਫ਼ਰਤ ਕਰ ਰਹੀ ਸੀ ਉਹੀ ਫਰਿਸ਼ਤਾ ਬਣੇਗਾ? ਦੋਸਤੋ, ਧਰਤੀ ਤੋਂ 35,000 ਫੁੱਟ ਦੀ ਉਚਾਈ ਤੇ ਜਿੱਥੇ ਬਾਹਰ ਸੂਰਜ ਦੀ ਚਮਕਦੀ ਰੋਸ਼ਨੀ ਸੀ, ਜਹਾਜ਼ ਦੇ ਅੰਦਰ ਮੌਤ ਨੇ ਆਪਣਾ ਨਾਚ ਸ਼ੁਰੂ ਕਰ ਦਿੱਤਾ ਸੀ। ਐਮਿਲੀ ਦਾ ਹਾਲ ਬਹੁਤ ਬੁਰਾ ਹੋ ਚੁੱਕਾ ਸੀ। ਉਸ ਦਾ ਗੋਰਾ ਚਿਹਰਾ ਹੁਣ ਨੀਲਾ ਪੈ ਰਿਹਾ ਸੀ ਅਤੇ ਗਲੇ ਦੀਆਂ ਨਾੜਾਂ ਫੁੱਲ ਗਈਆਂ ਸਨ। ਉਹ ਆਪਣੇ ਗਲੇ ਨੂੰ ਫੜ ਕੇ ਮੂੰਹ ਖੋਲ ਕੇ ਸਾਹ ਲੈਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਹਵਾ ਅੰਦਰ ਨਹੀਂ ਜਾ ਰਹੀ ਸੀ। ਉਸ ਦੇ ਗਲੇ ਵਿੱਚੋਂ ਇੱਕ ਡਰਾਵਣੀ ਘਰੜ ਦੀ ਆਵਾਜ਼ ਆ ਰਹੀ ਸੀ। ਮਾਰਥਾ ਪਾਗਲਾਂ ਵਾਂਗ ਚੀਕ ਰਹੀ ਸੀ, ਹੈਲਪ, ਸਮਬਡੀ ਹੈਲਪ, ਮਾਈ ਡਾਟਰ ਕਾਂਟ ਬਰੀਥ, ਯਾਨੀ ਮਦਦ ਕਰੋ, ਕੋਈ ਮਦਦ ਕਰੋ, ਮੇਰੀ ਧੀ ਸਾਹ ਨਹੀਂ ਲੈ ਪਾ ਰਹੀ। 에ਅਰ ਹੋਸਟਸ ਵੀ ਘਬਰਾ ਗਈ ਸੀ। ਉਸਨੇ ਤੁਰੰਤ ਸਮਝ ਲਿਆ ਕਿ ਖਾਣੇ ਵਿੱਚ ਗਲਤੀ ਨਾਲ ਨਟਸ ਚਲੇ ਗਏ ਹਨ ਅਤੇ ਐਮਿਲੀ ਨੂੰ ਐਨਾਫੈਲੈਕਟਿਕ ਸ਼ੌਕ ਲੱਗਾ ਹੈ। ਇਹ ਇੱਕ ਅਜਿਹੀ ਹਾਲਤ ਹੁੰਦੀ ਹੈ ਜਿਸ ਵਿੱਚ ਗਲੇ ਦੀ ਸਾਹ ਨਲੀ ਸੁੱਜ ਕੇ ਬੰਦ ਹੋ ਜਾਂਦੀ ਹੈ ਅਤੇ ਜੇਕਰ ਤੁਰੰਤ ਇਲਾਜ ਨਾ ਮਿਲੇ ਤਾਂ ਮਿੰਟਾਂ ਵਿੱਚ ਇਨਸਾਨ ਦੀ ਮੌਤ ਹੋ ਸਕਦੀ ਹੈ। 에ਅਰ ਹੋਸਟਸ ਨੇ ਭੱਜ ਕੇ ਪੀਏ ਸਿਸਟਮ ਤੇ ਅਨਾਉਂਸਮੈਂਟ ਕੀਤੀ, ਇਜ਼ ਦੇयर ਅ ਡਾਕਟਰ ਔਨ ਬੋਰਡ? ਵੀ ਹੈਵ ਅ ਮੈਡੀਕਲ ਐਮਰਜੈਂਸੀ ਇਨ ਬਿਜ਼ਨਸ ਕਲਾਸ। ਕੀ ਜਹਾਜ਼ ਵਿੱਚ ਕੋਈ ਡਾਕਟਰ ਹੈ? ਸਾਨੂੰ ਤੁਰੰਤ ਮਦਦ ਦੀ ਲੋੜ ਹੈ। ਪੂਰੇ ਜਹਾਜ਼ ਵਿੱਚ ਸਹਿਮ ਦਾ ਮਾਹੌਲ ਸੀ। ਯਾਤਰੀ ਆਪਣੀਆਂ ਸੀਟਾਂ ਤੋਂ ਉੱਠ ਕੇ ਵੇਖਣ ਲੱਗੇ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮਦਦ ਲਈ ਕੋਈ ਅੱਗੇ ਨਹੀਂ ਆਇਆ। ਇਸ ਦੌਰਾਨ ਸੀਟ ਨੰਬਰ 1A ਤੋਂ ਡਾਕਟਰ ਅੰਗਦ ਸਿੰਘ ਇੱਕਦਮ ਖੜਾ ਹੋਇਆ। ਉਸ ਦੇ ਚਿਹਰੇ ਤੇ ਘਬਰਾਹਟ ਨਹੀਂ, ਸਗੋਂ ਇੱਕ ਗੰਭੀਰ ਸ਼ਾਂਤੀ ਸੀ। ਉਸਨੇ ਆਪਣੀ ਸੀਟ ਬੈਲਟ ਖੋਲੀ ਅਤੇ ਤੇਜ਼ੀ ਨਾਲ ਐਮਿਲੀ ਵੱਲ ਵਧਿਆ। ਅੰਗਦ ਨੂੰ ਪਤਾ ਸੀ ਕਿ ਕੁੜੀ ਕੋਲ ਸਿਰਫ ਕੁਝ ਪਲ ਬਾਕੀ ਹਨ, ਪਰ ਜਿਵੇਂ ਹੀ ਅੰਗਦ ਨੇ ਐਮਿਲੀ ਦੀ ਨਬਜ਼ ਚੈੱਕ ਕਰਨ ਲਈ ਹੱਥ ਵਧਾਇਆ, ਮਾਰਥਾ ਨੇ ਉਸ ਦਾ ਹੱਥ ਜ਼ੋਰ ਨਾਲ ਝਟਕ ਦਿੱਤਾ। ਸੋਚੋ ਜ਼ਰਾ, ਉਸ ਦੀ ਧੀ ਮੌਤ ਦੇ ਮੂੰਹ ਵਿੱਚ ਸੀ, ਪਰ ਉਸ ਔਰਤ ਦੇ ਦਿਮਾਗ ਵਿੱਚ ਨਫ਼ਰਤ ਦਾ ਜ਼ਹਿਰ ਇੰਨਾ ਭਰਿਆ ਹੋਇਆ ਸੀ ਕਿ ਉਸ ਨੂੰ ਅਜੇ ਵੀ ਅੰਗਦ ਇੱਕ ਖਤਰਾ ਲੱਗ ਰਿਹਾ ਸੀ। ਮਾਰਥਾ ਚੀਕੀ, ਡੋਂਟ ਟੱਚ ਹਰ, ਸਟੇ ਅਵੇ ਫਰਮ ਮਾਈ ਡਾਟਰ, ਯੂ ਟੈਰਰਿਸਟ, ਇਸ ਨੂੰ ਹੱਥ ਨਾ ਲਾਈ, ਮੇਰੀ ਧੀ ਤੋਂ ਦੂਰ ਰਹਿ। ਅੰਗਦ ਇੱਕ ਪਲ ਲਈ ਰੁਕਿਆ। ਆਸ-ਪਾਸ ਖੜੇ ਲੋਕ ਵੀ ਹੈਰਾਨ ਸਨ ਕਿ ਇਹ ਔਰਤ ਕਿੰਨੀ ਪਾਗਲ ਹੈ। 에ਅਰ ਹੋਸਟਸ ਨੇ ਮਾਰਥਾ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਮ ਪਲੀਜ਼ ਇਹਨਾਂ ਨੂੰ ਵੇਖਣ ਦਿਓ, ਪਰ ਮਾਰਥਾ ਸੁਣਨ ਲਈ ਤਿਆਰ ਨਹੀਂ ਸੀ। ਐਮਿਲੀ ਦੀਆਂ ਅੱਖਾਂ ਹੁਣ ਪਲਟ ਰਹੀਆਂ ਸਨ। ਉਸ ਦਾ ਸਰੀਰ ਢਿੱਲਾ ਪੈਣ ਲੱਗਾ ਸੀ। ਸਾਹ ਦੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਅੰਗਦ ਨੇ ਮਹਿਸੂਸ ਕੀਤਾ ਕਿ ਹੁਣ ਬਹਿਸ ਕਰਨ ਦਾ ਵਕਤ ਨਹੀਂ ਹੈ। ਉਸਨੇ ਆਪਣੀ ਆਵਾਜ਼ ਵਿੱਚ ਇੱਕ ਡਾਕਟਰ ਵਾਲੀ ਸਖਤੀ ਭਰਦਿਆਂ ਉੱਚੀ ਆਵਾਜ਼ ਵਿੱਚ ਕਿਹਾ, ਲਿਸਨ ਟੂ ਮੀ, I am a cardiologist. If you don't let me touch her in the next 10 seconds, she will die. ਮੇਰੀ ਗੱਲ ਸੁਣੋ, ਮੈਂ ਦਿਲ ਦਾ ਡਾਕਟਰ ਹਾਂ। ਜੇ ਅਗਲੇ 10 ਸੈਕਿੰਡਾਂ ਵਿੱਚ ਤੁਸੀਂ ਮੈਨੂੰ ਹੱਥ ਨਾ ਲਾਉਣ ਦਿੱਤਾ ਤਾਂ ਇਹ ਮਰ ਜਾਵੇਗੀ। ਇਹ ਸ਼ਬਦ ਜਹਾਜ਼ ਵਿੱਚ ਗੂੰਜ ਉੱਠੇ। ਮਾਰਥਾ ਸੁੰਨ ਹੋ ਗਈ। ਐਮਿਲੀ ਦਾ ਹੱਥ ਸੀਟ ਤੋਂ ਹੇਠਾਂ ਲਟਕ ਗਿਆ ਸੀ। ਕੀ ਅੰਗਦ ਨੂੰ ਮਦਦ ਕਰਨ ਦਾ ਮੌਕਾ ਮਿਲੇਗਾ ਜਾਂ ਮਾਰਥਾ ਦੀ ਨਫ਼ਰਤ ਅੱਜ ਜਿੱਤ ਜਾਵੇਗੀ ਅਤੇ ਇੱਕ ਮਾਸੂਮ ਜਾਨ ਚਲੀ ਜਾਵੇਗੀ? ਹਾਲਾਤ ਬਹੁਤ ਨਾਜ਼ੁਕ ਸਨ। ਡਾਕਟਰ ਅੰਗਦ ਦੀ ਦਹਾੜ ਨੇ ਮਾਰਥਾ ਨੂੰ ਬੁੱਧ ਬਣਾ ਕੇ ਰੱਖ ਦਿੱਤਾ। ਉਸ ਦੇ ਮੂੰਹੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ। ਅੰਗਦ ਨੇ ਹੁਣ ਇਜਾਜ਼ਤ ਦੀ ਉਡੀਕ ਨਹੀਂ ਕੀਤੀ। ਉਸਨੇ ਮਾਰਥਾ ਨੂੰ ਸਾਈਡ ਤੇ ਕੀਤਾ ਅਤੇ ਸਿੱਧਾ ਐਮਿਲੀ ਦੇ ਉੱਪਰ ਚੁੱਕਿਆ। ਜਹਾਜ਼ ਦੇ ਅੰਦਰ ਸੂਰਜ ਦੀ ਤੇਜ਼ ਰੋਸ਼ਨੀ ਸੀ, ਪਰ ਐਮਿਲੀ ਦੀਆਂ ਅੱਖਾਂ ਅੱਗੇ ਹਨੇਰਾ ਛਾ ਚੁੱਕਾ ਸੀ। ਅੰਗਦ ਨੇ ਉਸ ਦੀ ਨਬਜ਼ ਚੈੱਕ ਕੀਤੀ। ਉਹ ਬਹੁਤ ਮੱਧਮ ਸੀ, ਡੁੱਬਦੀ ਕਿਸ਼ਤੀ ਵਾਂਗ। ਅੰਗਦ ਨੇ ਚੀਕ ਕੇ 에ਅਰ ਹੋਸਟਸ ਨੂੰ ਕਿਹਾ, ਐਮਰਜੈਂਸੀ ਮੈਡੀਕਲ ਕਿਟ ਨਾਓ, ਆਈ ਨੀਡ ਐਪੀਨੈਫ੍ਰਿਨ। ਮੈਡੀਕਲ ਕਿਟ ਲਿਆਓ, ਮੈਨੂੰ ਐਪੀਨੈਫ੍ਰਿਨ ਦਾ ਟੀਕਾ ਚਾਹੀਦਾ ਹੈ। 에ਅਰ ਹੋਸਟਸ ਭੱਜ ਕੇ ਕਾਕਪਿਟ ਵੱਲ ਗਈ ਅਤੇ ਮਿੰਟਾਂ ਵਿੱਚ ਹੀ ਲਾਲ ਰੰਗ ਦਾ ਐਮਰਜੈਂਸੀ ਬੈਗ ਲੈ ਆਈ। ਪੂਰਾ ਕੈਬਿਨ ਸਾਹ ਰੋ ਕੇ ਖੜਾ ਸੀ। ਲੋਕ ਆਪਣੀਆਂ ਸੀਟਾਂ ਤੇ ਖੜੇ ਹੋ ਕੇ ਵੇਖ ਰਹੇ ਸਨ। ਮਾਰਥਾ ਇੱਕ ਕੋਨੇ ਵਿੱਚ ਹੱਥ ਜੋੜੀ ਖੜੀ ਸੀ। ਉਸ ਦਾ ਹੰਕਾਰ ਹੁਣ ਡਰ ਵਿੱਚ ਬਦਲ ਚੁੱਕਾ ਸੀ। ਉਹ ਸਿਰਫ ਇਹ ਵੇਖ ਰਹੀ ਸੀ ਕਿ ਜਿਸ ਪੱਗ ਵਾਲੇ ਨੂੰ ਉਸਨੇ ਆਤੰਕਵਾਦੀ ਕਿਹਾ ਸੀ, ਅੱਜ ਉਹੀ ਉਸਦੀ ਧੀ ਦੀ ਛਾਤੀ ਨੂੰ ਦਬਾ ਰਿਹਾ ਸੀ ਤਾਂ ਜੋ ਦਿਲ ਚੱਲਦਾ ਰਹੇ। ਅੰਗਦ ਨੇ ਬਿਨਾਂ ਹੱਥ ਕੰਬਾਏ ਕਿਟ ਖੋਲੀ ਅਤੇ ਐਪੀਪੈਨ ਕੱਢਿਆ। ਉਸਨੇ ਐਮਿਲੀ ਦੇ ਪੱਟ ਤੇ ਜ਼ੋਰ ਨਾਲ ਟੀਕਾ ਲਗਾਇਆ। ਠੱਕ! ਸੂਈ ਅੰਦਰ ਗਈ। ਦਵਾਈ ਸਰੀਰ ਵਿੱਚ ਦੌੜੀ। ਹੁਣ ਇੰਤਜ਼ਾਰ ਸੀ, ਉਹ ਸਭ ਤੋਂ ਲੰਬੇ ਅਤੇ ਡਰਾਉਣੇ ਕੁਝ ਸੈਕਿੰਡ। 1 2 3।
ਐਮਿਲੀ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਹੋਈ। ਉਹ ਬੇਜਾਨ ਪਈ ਸੀ। ਮਾਰਥਾ ਫੁੱਟ-ਫੁੱਟ ਕੇ ਰੋਣ ਲੱਗੀ। ਨਹੀਂ, ਮੇਰੀ ਧੀ ਮਰ ਨਹੀਂ ਸਕਦੀ। ਅੰਗਦ ਦੇ ਮੱਥੇ ਤੇ ਪਸੀਨਾ ਆ ਗਿਆ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਐਮਿਲੀ ਦਾ ਸਿਰ ਪਿੱਛੇ ਨੂੰ ਕੀਤਾ ਤਾਂ ਜੋ ਸਾਹ ਨਲੀ ਖੁੱਲ ਸਕੇ। ਉਸਨੇ ਦਿਲ ਹੀ ਦਿਲ ਵਿੱਚ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਫਿਰ ਅਚਾਨਕ ਹੂ, ਐਮਿਲੀ ਨੇ ਇੱਕ ਲੰਮਾ ਅਤੇ ਜ਼ੋਰਦਾਰ ਸਾਹ ਲਿਆ। ਉਸਦੀ ਛਾਤੀ ਉੱਪਰ ਉੱਠੀ, ਉਹ ਖੰਗਣ ਲੱਗੀ। ਉਸਦੇ ਨੀਲੇ ਪਏ ਬੁੱਲਾਂ ਤੇ ਹੌਲੀ-ਹੌਲੀ ਗੁਲਾਬੀ ਰੰਗਤ ਵਾਪਸ ਆਉਣ ਲੱਗੀ। ਉਸਨੇ ਆਪਣਾ ਹੱਥ ਫੜਿਆ ਅਤੇ ਨਰਮੀ ਨਾਲ ਕਿਹਾ, ਯੂ ਆਰ ਓਕੇ, ਜਸਟ ਬਰੀਥ ਸਲੋ, ਆਈ ਐਮ ਅ ਡਾਕਟਰ। ਤੁਸੀਂ ਠੀਕ ਹੋ, ਬਸ ਹੌਲੀ ਸਾਹ ਲਓ, ਮੈਂ ਡਾਕਟਰ ਹਾਂ। ਜਹਾਜ਼ ਵਿੱਚ ਤਾੜੀਆਂ ਦੀ ਗੂੰਜ ਪੈ ਗਈ। ਲੋਕਾਂ ਨੇ ਸੁੱਖ ਦਾ ਸਾਹ ਲਿਆ। ਐਮਿਲੀ ਬਚ ਗਈ ਸੀ। ਉਸਨੇ ਮੌਤ ਨੂੰ ਧੋਖਾ ਦੇ ਦਿੱਤਾ ਸੀ, ਸਿਰਫ ਉਸ ਇਨਸਾਨ ਕਰਕੇ ਜਿਸ ਨੂੰ ਉਸਦੀ ਮਾਂ ਨੇ ਜਹਾਜ਼ ਤੋਂ ਕੱਢਣ ਦੀ ਜ਼ਿੱਦ ਕੀਤੀ ਸੀ। ਅੰਗਦ ਨੇ ਇੱਕ ਗਲਾਸ ਪਾਣੀ ਦਾ ਮੰਗਵਾ ਕੇ ਐਮਿਲੀ ਨੂੰ ਪਿਲਾਇਆ। ਜਦੋਂ ਐਮਿਲੀ ਦਾ ਸਾਹ ਕਾਬੂ ਵਿੱਚ ਆ ਗਿਆ, ਅੰਗਦ ਸੀਟ ਤੋਂ ਉੱਠ ਕੇ ਪਿੱਛੇ ਹਟ ਗਿਆ। ਉਸਨੇ ਆਪਣੀ ਦਸਤਾਰ ਠੀਕ ਕੀਤੀ ਅਤੇ ਚੁੱਪਚਾਪ ਆਪਣੀ ਸੀਟ 1A ਵੱਲ ਮੁੜਨ ਲੱਗਾ। ਪਰ ਉੱਥੇ ਰਸਤੇ ਵਿੱਚ ਮਾਰਥਾ ਖੜੀ ਸੀ। ਉਸਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਿਸ ਔਰਤ ਨੇ ਕੁਝ ਮਿੰਟ ਪਹਿਲਾਂ ਅੱਗ ਉਗਲੀ ਸੀ, ਹੁਣ ਉਹ ਪਾਣੀ-ਪਾਣੀ ਹੋ ਚੁੱਕੀ ਸੀ। ਪੂਰਾ ਜਹਾਜ਼ ਵੇਖ ਰਿਹਾ ਸੀ ਕਿ ਹੁਣ ਕੀ ਹੋਵੇਗਾ। ਕੀ ਮਾਰਥਾ ਮਾਫੀ ਮੰਗੇਗੀ ਜਾਂ ਕਿ ਅੰਗਦ ਉਸ ਨੂੰ ਕੋਈ ਜਵਾਬ ਦੇਵੇਗਾ? ਅਤੇ ਸਭ ਤੋਂ ਵੱਡੀ ਗੱਲ, ਪੁਲਿਸ ਅਤੇ ਕੈਪਟਨ ਇਸ ਮਾਮਲੇ ਨੂੰ ਹੁਣ ਕਿਵੇਂ ਵੇਖਣਗੇ? ਜਹਾਜ਼ ਨਿਊਯਾਰਕ ਦੇ 에ਅਰਪੋਰਟ ਤੇ ਉਤਰ ਚੁੱਕਾ ਸੀ। ਜਿਵੇਂ ਹੀ ਦਰਵਾਜ਼ੇ ਖੁੱਲੇ, ਸਭ ਤੋਂ ਪਹਿਲਾਂ 2 ਪੁਲਿਸ ਅਧਿਕਾਰੀ ਅਤੇ 에ਅਰਪੋਰਟ ਦਾ ਸੁਰੱਖਿਆ ਅਮਲਾ ਅੰਦਰ ਦਾਖਲ ਹੋਇਆ। ਮਾਰਥਾ, ਜੋ ਅਜੇ ਵੀ ਆਪਣੀ ਧੀ ਐਮਿਲੀ ਦਾ ਹੱਥ ਫੜੀ ਬੈਠੀ ਸੀ, ਪੁਲਿਸ ਨੂੰ ਵੇਖ ਕੇ ਘਬਰਾ ਗਈ। ਉਸ ਨੂੰ ਲੱਗਾ ਸ਼ਾਇਦ ਐਮਰਜੈਂਸੀ ਲੈਂਡਿੰਗ ਕਰਕੇ ਪੁੱਛਗਿੱਛ ਹੋਵੇਗੀ, ਪਰ ਪੁਲਿਸ ਸਿੱਧੀ ਮਾਰਥਾ ਦੀ ਸੀਟ ਕੋਲ ਆ ਕੇ ਰੁਕੀ। ਅਫਸਰ ਨੇ ਸਖਤ ਲਹਿਜੇ ਵਿੱਚ ਕਿਹਾ, ਮੈਮ, ਵੀ ਹੈਵ ਅ ਰਿਪੋਰਟ ਫਰਮ ਦ ਕੈਪਟਨ ਰਿਗਾਰਡਿੰਗ ਯੋਰ ਡਿਸਰਪਟਿਵ ਬਿਹੇਵੀਅਰ ਐਂਡ ਹੇਟ ਸਪੀਚ ਅਗੇਂਸਟ ਅ ਫੈਲੋ ਪੈਸੇਂਜਰ। ਯਾਨੀ ਮੈਮ, ਕੈਪਟਨ ਨੇ ਤੁਹਾਡੇ ਖਿਲਾਫ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਉਡਾਨ ਦੌਰਾਨ ਬਦਤਮੀਜ਼ੀ ਕੀਤੀ ਅਤੇ ਨਸਲੀ ਟਿੱਪਣੀਆਂ ਕੀਤੀਆਂ। ਮਾਰਥਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਸ ਬੰਦੇ ਨੂੰ ਉਹ ਜਹਾਜ਼ ਤੋਂ ਕਢਵਾਉਣਾ ਚਾਹੁੰਦੀ ਸੀ, ਅੱਜ ਕਾਨੂੰਨ ਉਸੇ ਬੰਦੇ ਦੇ ਹੱਕ ਵਿੱਚ ਖੜਾ ਸੀ। ਮਾਰਥਾ ਦੀਆਂ ਅੱਖਾਂ ਵਿੱਚ ਹੰਝੂ ਸਨ, ਡਰ ਦੇ ਨਹੀਂ, ਸਗੋਂ ਪਛਤਾਵੇ ਦੇ। ਇਸ ਤੋਂ ਪਹਿਲਾਂ ਕਿ ਪੁਲਿਸ ਕੁਝ ਹੋਰ ਕਹਿੰਦੀ, ਮਾਰਥਾ ਇੱਕਦਮ ਡਾਕਟਰ ਅੰਗਦ ਵੱਲ ਮੁੜੀ। ਉਹ ਹੰਕਾਰੀ ਔਰਤ ਜੋ ਕੁਝ ਘੰਟੇ ਪਹਿਲਾਂ ਅੰਗਦ ਦੇ ਕੱਪੜਿਆਂ ਦਾ ਮਜ਼ਾਕ ਉਡਾ ਰਹੀ ਸੀ, ਹੁਣ ਹੱਥ ਜੋੜ ਕੇ ਖੜੀ ਸੀ। ਉਸਨੇ ਪਰੇ ਗਲੇ ਨਾਲ ਕਿਹਾ, ਮੈਨੂੰ ਮਾਫ ਕਰ ਦਿਓ, ਮੈਂ ਬਹੁਤ ਵੱਡੀ ਗਲਤੀ ਕੀਤੀ। ਤੁਸੀਂ ਮੇਰੀ ਬੇਇੱਜ਼ਤੀ ਦਾ ਬਦਲਾ ਲੈ ਸਕਦੇ ਸੀ, ਮੇਰੀ ਧੀ ਨੂੰ ਮਰਨ ਦੇ ਸਕਦੇ ਸੀ, ਪਰ ਤੁਸੀਂ ਉਸ ਨੂੰ ਬਚਾਇਆ। ਤੁਸੀਂ ਇਨਸਾਨ ਨਹੀਂ, ਫਰਿਸ਼ਤੇ ਹੋ। ਡਾਕਟਰ ਅੰਗਦ ਨੇ ਬੜੀ ਨਿਮਰਤਾ ਨਾਲ ਉਸਦੇ ਜੁੜੇ ਹੋਏ ਹੱਥਾਂ ਨੂੰ ਫੜਿਆ ਅਤੇ ਕਿਹਾ, ਮਾਤਾ ਜੀ, ਮੈਂ ਕੋਈ ਫਰਿਸ਼ਤਾ ਨਹੀਂ, ਬਸ ਇੱਕ ਸਿੱਖ ਹਾਂ। ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ, ਯਾਨੀ ਸਾਰੀ ਮਨੁੱਖਤਾ ਇੱਕ ਹੈ। ਜਦੋਂ ਮੈਂ ਤੁਹਾਡੀ ਧੀ ਨੂੰ ਵੇਖਿਆ, ਮੈਨੂੰ ਉਸ ਵਿੱਚ ਕੋਈ ਗੋਰਾ ਜਾਂ ਕਾਲਾ ਨਹੀਂ, ਸਿਰਫ ਇੱਕ ਤੜਫਦੀ ਹੋਈ ਜਾਨ ਦਿਸ ਰਹੀ ਸੀ। ਇਹ ਦਸਤਾਰ ਜੋ ਮੇਰੇ ਸਿਰ ਤੇ ਹੈ, ਇਹ ਸਿਰਫ ਕੱਪੜਾ ਨਹੀਂ, ਇਹ ਇੱਕ ਵਾਅਦਾ ਹੈ ਕਿ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇਗੀ, ਖਾਲਸਾ ਉੱਥੇ ਪਹੁੰਚੇਗਾ। ਅੰਗਦ ਦੇ ਇਹਨਾਂ ਸ਼ਬਦਾਂ ਨੇ ਪੂਰੇ ਜਹਾਜ਼ ਨੂੰ ਭਾਵੁਕ ਕਰ ਦਿੱਤਾ। ਪੁਲਿਸ ਅਧਿਕਾਰੀ ਵੀ ਸਲੂਟ ਮਾਰਨ ਲਈ ਮਜਬੂਰ ਹੋ ਗਏ। ਐਮਿਲੀ, ਜਿਸ ਨੂੰ ਹੁਣ ਸਟ੍ਰੈਚਰ ਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਨੇ ਜਾਂਦੇ-ਜਾਂਦੇ ਅੰਗਦ ਵੱਲ ਵੇਖ ਕੇ ਮੁਸਕਰਾਇਆ ਅਤੇ ਕਿਹਾ, ਥੈਂਕ ਯੂ ਡਾਕਟਰ ਸਿੰਘ। ਪੁਲਿਸ ਨੇ ਮਾਰਥਾ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ, ਕਿਉਂਕਿ ਡਾਕਟਰ ਅੰਗਦ ਨੇ ਖੁਦ ਕਿਹਾ ਕਿ ਇਹ ਪਹਿਲਾਂ ਹੀ ਬਹੁਤ ਡਰੇ ਹੋਏ ਹਨ, ਇਹਨਾਂ ਨੂੰ ਜਾਣ ਦਿਓ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਦੇ ਪਹਿਰਾਵੇ ਜਾਂ ਰੰਗ ਤੋਂ ਉਸਦੀ ਔਕਾਤ ਨਹੀਂ ਵੇਖੀ ਜਾਂਦੀ। ਅੱਜ ਦੁਨੀਆ ਭਰ ਵਿੱਚ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ, ਉੱਥੇ ਸਭ ਤੋਂ ਪਹਿਲਾਂ ਲੰਗਰ ਅਤੇ ਮਦਦ ਲੈ ਕੇ ਪਹੁੰਚਣ ਵਾਲੇ ਇਹ ਸਰਦਾਰ ਹੀ ਹੁੰਦੇ ਹਨ। ਮਾਰਥਾ ਵਰਗੇ ਲੋਕ ਸ਼ਾਇਦ ਨਫ਼ਰਤ ਨਾਲ ਭਰੇ ਹੋਣ, ਪਰ ਸਾਡਾ ਫਰਜ਼ ਹੈ ਕਿ ਅਸੀਂ ਪਿਆਰ ਅਤੇ ਸੇਵਾ ਨਾਲ ਉਹਨਾਂ ਦੀ ਸੋਚ ਬਦਲੀਏ। ਜੇਕਰ ਅਸੀਂ ਬਦਲਾ ਲਵਾਂਗੇ ਤਾਂ ਸਾਡੇ ਤੇ ਉਹਨਾਂ ਵਿੱਚ ਕੀ ਫਰਕ ਰਹਿ ਜਾਵੇਗਾ? ਇਹ ਘਟਨਾ ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਅੱਗ ਵਾਂਗ ਫੈਲ ਗਈ ਅਤੇ ਸਭ ਨੇ ਸਿੱਖ ਡਾਕਟਰ ਦੇ ਜਜ਼ਬੇ ਨੂੰ ਸਲਾਮ ਕੀਤਾ। ਤੁਹਾਨੂੰ ਡਾਕਟਰ ਅੰਗਦ ਦਾ ਇਹ ਕਦਮ ਕਿਵੇਂ ਲੱਗਿਆ? ਕੀ ਸਾਨੂੰ ਮਾੜਾ ਬੋਲਣ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਹੈ? ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ। ਜੇਕਰ ਤੁਹਾਨੂੰ ਇਸ ਕਹਾਣੀ ਨੇ ਥੋੜਾ ਵੀ ਪ੍ਰਭਾਵਿਤ ਕੀਤਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਦੁਨੀਆ ਨੂੰ ਸਾਡੀ ਕੌਮ ਦੇ ਅਸਲੀ ਕਿਰਦਾਰ ਦਾ ਪਤਾ ਲੱਗ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।